ਚੌਕ ਅਤੇ ਬਦਾਮ ਉੱਤੇ ਕਲਾਕਾਰੀ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ। ਇਹ ਬਹੁਤ ਪੇਸ਼ੈਂਸ ਵਾਲਾ ਕੰਮ ਹੈਗਾ ਕਿਉਂਕਿ ਚੌਕ ਬੜਾ ਡੈਲੀਕੇਟ ਹੈ। ਇੱਕ ਤਾਂ ਟੁੱਟ ਬਹੁਤ ਜਲਦੀ ਜਾਂਦਾ ਹੈ। ਜੀ। ਇੱਕ ਹੱਥ ਤੁਹਾਡਾ ਇੱਕ ਵਾਰ ਵੀ ਗਲਤ ਚੱਲ ਗਿਆ ਤੇ ਉਹ ਪੂਰਾ ਚੌਕ ਖਰਾਬ ਹੋ ਜਾਣਾ, ਜਾਂ ਫਿਰ ਜੇ ਉਹ 'ਤੇ ਪ੍ਰੈਸ਼ਰ ਜ਼ਿਆਦਾ ਪੈ ਗਿਆ ਤੇ ਫਿਰ ਉਹ ਟੁੱਟ ਵੀ ਸਕਦਾ ਹੈ ਕਿਉਂਕਿ ਮਿਹਨਤ ਤੁਹਾਡੀ ਕੀਤੀ ਵੀ ਸਾਰੀ ਖਰਾਬ ਹੋ ਜਾਂਦੀ ਹੈ। ਬਦਾਮ ਦਾ ਕੀ ਚੱਕਰ ਹੈ? ਬਦਾਮ ਜੀ ਖਾ ਕੇ ਅਕਲ ਆ ਗਈ ਕਹਿੰਦੇ ਬਦਾਮ ਦੀ। ਚੌਕ ਦੇ ਉੱਪਰ ਵੀ ਇੱਕ ਹਿਊਮਨ ਫੇਸ ਹੀ ਘੜਿਆ ਸੀਗਾ ਸਟਾਰਟਿੰਗ ਦੇ ਵਿੱਚ ਮੈਂ। ਮਾਸਟਰ ਜੀ ਚੌਕ ਦੀ ਗੱਲ ਹੋ ਗਈ 3 ਇੰਚ ਦਾ, ਬਦਾਮ ਥੋੜਾ ਜਿਹਾ ਛੋਟਾ ਹੋ ਗਿਆ, ਚਲੋ ਇੰਚ ਦਾ ਮੰਨ ਲਓ, ਠੀਕ ਹੈ, ਹੋਰ ਵੀ ਛੋਟਾ ਹੋ ਜਾਂਦਾ। ਮੂੰਗਫਲੀ ਦਾ ਦਾਣਾ ਬਸ ਉਹ ਵੀ ਇੱਕ ਦਿਨ ਬਦਾਮ ਖਾ ਰਹੇ ਸੀਗੇ, ਦੂਜੇ ਦਿਨ ਮੂੰਗਫਲੀ ਸੀਗੀ ਹੱਥ 'ਚ। ਮੈਨੂੰ ਲੱਗਦਾ ਮਾਸਟਰ ਜੀ ਦੇ ਹੱਥ 'ਚ ਚੀਨੀ ਦੇ ਦਾਣੇ ਤਾਂ ਬਚਾ ਕੇ ਰੱਖਣੇ ਪੈਂਦੇ ਹੋਣੇ। ਹੁਣ ਟੋਟਲ ਕਿੰਨੇ ਆਰਟਿਸਟਾਂ ਦੀ ਤੁਸੀਂ ਬਣਾ ਚੁੱਕੇ ਹੋ, ਕੁਝ ਦੱਸੋਗੇ ਸਾਨੂੰ? ਤਕਰੀਬਨ ਇਹ ਜੀ ਕਲਾਕ੍ਰਿਤੀਆਂ ਜੀ ਜੇ ਟੋਟਲ ਗੱਲ ਕਰੀਏ ਤਾਂ ਤਕਰੀਬਨ 500 ਦੇ ਨੇੜੇ ਤੇੜੇ ਕਲਾਕ੍ਰਿਤੀਆਂ ਘੜ ਦਿੱਤੀਆਂ ਗਈਆਂ ਜੀ। ਤੇ ਮਾਸਟਰ ਜੀ ਮੈਂ ਸੁਣਿਆ ਨਾਲ ਲਿਖ ਦੋ ਵੀ ਹੋ। ਮੈਂ ਰੀਸੈਂਟਲੀ ਜਿਹੜਾ ਪੰਜਾਬ ਦੇ ਵਿੱਚ ਸਾਡਾ ਇੱਕ ਇਨਸੀਡੈਂਟ ਹੋਇਆ ਹੈਗਾ ਸਿੱਧੂ ਮੂਸੇਵਾਲੇ ਜੀ ਨੂੰ ਲੈ ਕੇ, ਉਹਨਾਂ ਦੇ ਉੱਪਰ ਚੰਦ ਲਾਈਨਾਂ ਲਿਖੀਆਂ ਸੀਗੇ ਕਿ ਜੋ ਕੀ ਫਰਕ ਪੈਂਦਾ ਸਰਕਾਰਾਂ ਨੂੰ, ਬੇਸ਼ਰਮ ਜੀਆਂ ਮਕਾਰਾਂ ਨੂੰ, ਕਿਸੇ ਮਾਂ ਦਾ ਭਾਵੇਂ ਪੁੱਤ ਮਰੇ, ਕੋਈ ਚੜ੍ਹੀ ਜਵਾਨੀ ਚੱਲ ਵਸੇ, ਪਿਓ ਨੂੰ ਪੁੱਤਰ ਦੀ ਚਿਤਾ ਜਗਾਉਣੀ ਪਵੇ, ਬਰਾਤ ਤੋਂ ਪਹਿਲਾਂ ਅਰਥੀ ਉਠਾਣੀ ਪਵੇ। ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ ਤੇ ਤੁਸੀਂ ਜੁੜੇ ਹੋ ਸਾਡੇ ਨਾਲ। ਅੱਜ ਗੱਲਬਾਤ ਕਰ ਰਹੇ ਹਾਂ, ਖਾਸ ਗੱਲਬਾਤ ਹੈ ਇਸ ਦੇ ਵਿੱਚ, ਕਿਉਂਕਿ ਅੱਜ ਦਾ ਇੰਟਰਵਿਊ ਇਸ ਕਰਕੇ ਖਾਸ ਕਹਿ ਰਹੇ ਹਾਂ, ਇਸ ਦੇ ਵਿੱਚ ਐਸੀ ਕਲਾ ਦਿਖਾਉਣ ਜਾ ਰਹੇ ਹਾਂ ਕਿ ਬੜੀ ਮੁਸ਼ਕਿਲ ਹੁੰਦੀ ਹੈ ਇਹੋ ਜਿਹੇ ਕਲਾਕਾਰ ਲੱਭਣ ਨੂੰ, ਕਿਉਂਕਿ ਚੌਕ ਅਤੇ ਬਦਾਮ ਉੱਤੇ ਕਲਾਕਾਰੀ ਕਰਨੀ ਬੜੀ ਮੁਸ਼ਕਿਲ ਹੁੰਦੀ ਹੈ। ਬੜਾ ਦਿਮਾਗ ਲੱਗਦਾ ਹੈ, ਬੜੀ ਨਿਗਾਹ ਲੱਗਦੀ ਹੈ, ਅਤੇ ਉਸ ਤੋਂ ਬਾਅਦ ਆਪਣੇ ਕੀਮਤੀ ਸਮੇਂ 'ਚੋਂ ਜਿਹੜਾ ਸਮਾਂ ਕੱਢਣਾ ਹੁੰਦਾ ਹੈ ਉਹ ਤਾਂ ਗੱਲ ਹੀ ਵੱਖਰੀ ਹੈ। ਕਿਉਂਕਿ ਸਾਡੇ ਕੋਲ ਅੱਜ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇੱਕ ਮਿੰਟ ਵੀ ਹੈ ਜਿਹੜਾ ਸੋਚ ਕੇ ਰੱਖਣਾ ਪੈਂਦਾ, ਇੱਕ ਪਲ ਵੀ ਸੋਚ ਦੇਖਣਾ ਪੈਂਦਾ ਹੈ। ਸੋ ਇਸ ਸਮੇਂ ਦੇ ਵਿੱਚ ਆਪਣੇ ਜਿਹੜੇ ਚੌਕ ਅਤੇ ਬਦਾਮ 'ਤੇ ਕਲਾਕਾਰੀ ਕਿਵੇਂ ਕਰਦੇ ਨੇ, ਕਦੋਂ ਕਿਵੇਂ ਸ਼ੁਰੂ ਹੋਇਆ, ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ, ਜਿਨ੍ਹਾਂ ਨਾਲ ਅੱਜ ਮਿਲਵਾਉਣ ਜਾ ਰਹੇ ਹਾਂ। ਸਾਡੇ ਨਾਲ ਨੇ ਮਾਸਟਰ ਬਲਰਾਜ ਜੀ। ਸਤਿ ਸ਼੍ਰੀ ਅਕਾਲ ਮਾਸਟਰ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਦੱਸੋ, ਘਰ ਪਰਿਵਾਰ ਸਾਰੇ ਠੀਕ ਠਾਕ ਹੋ ਜੀ? ਸਭ ਵਧੀਆ ਜੀ, ਤੁਸੀਂ ਸੁਣਾਓ? ਅਸੀਂ ਬਹੁਤ ਵਧੀਆ ਜੀ, ਜੇ ਚੰਗੇ ਹਾਂ, ਤੁਰਦੇ ਫਿਰਦੇ ਹਾਂ, ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡੇ ਘਰ। ਬਿਲਕੁਲ ਜੀ ਬਿਲਕੁਲ, ਇੱਦਾਂ ਹੀ ਰਹੋ, ਪਰਮਾਤਮਾ ਇੱਦਾਂ ਹੀ ਰੱਖੇ। ਸੋ ਮਾਸਟਰ ਜੀ ਅੱਜ ਗੱਲ ਕਰਨ ਜਾ ਰਹੇ ਹਾਂ, ਜਦੋਂ ਚੌਕ ਦੀ ਜਿਹੜੀ ਕਲਾਕਾਰੀ ਹੈ, ਬਦਾਮ ਉੱਤੇ ਜਿਹੜੀ ਕਲਾਕਾਰੀ ਹੈ, ਬੜੇ ਘੱਟ ਲੋਕ ਕਰਦੇ ਨੇ, ਨਿਗਾਹ ਵੀ ਲੱਗਦੀ ਹੈ ਹੈ ਨਾ, ਅਤੇ ਦਿਮਾਗ ਵੀ ਬਹੁਤ ਲੱਗਦਾ ਹੈ, ਕਿਉਂਕਿ ਉਸ ਚੀਜ਼ ਨੂੰ ਇਕੱਲੀ ਨਹੀਂ, ਜ਼ਿਹਨ 'ਚ ਕੀ ਆਉਂਦਾ ਜਦੋਂ ਕੁਛ ਬਣਾਉਂਦੇ ਹੋ? ਅਲੱਗ-ਅਲੱਗ ਜਦੋਂ ਕਰੈਕਟਰ ਦੀ ਗੱਲ ਕਰਦੇ ਆਪਾਂ ਬਣਾਉਣੇ ਹੁੰਦੇ ਨੇ, ਅਤੇ ਫਿਰ ਉਹੀ ਦਿਮਾਗ ਦੇ ਉੱਪਰ ਰਹਿੰਦੀ ਹੈ ਕਿ ਇੱਕ ਚੀਜ਼ ਜਿਹੜੀ ਫੀਚਰ ਹੈਗੇ ਨੇ ਉਸ ਪਰਟੀਕੂਲਰ ਕਰੈਕਟਰ ਨੂੰ ਲੈ ਕੇ, ਕਿ ਉਹ ਇੱਦਾਂ ਘੜੇ ਜਾਣ ਕੇ ਪਹਿਲੀ ਲੁੱਕ ਦੇ ਵਿੱਚ ਹੀ ਦੇਖਣ ਵਾਲੇ ਨੂੰ ਸਮਝ ਆਵੇ ਕਿ ਕਿਹਦਾ ਕਰੈਕਟਰ ਹੈ ਜੀ। ਜਦੋਂ ਕਿਸੇ ਦੀ ਲੁੱਕ ਬਣਾਉਣੀ ਹੁੰਦੀ ਹੈ, ਜਦੋਂ ਕਿਸੇ ਦਾ ਫੇਸ ਬਣਾਉਣਾ ਹੁੰਦਾ ਹੈ, ਬੜਾ ਕੁਛ ਧਿਆਨ 'ਚ ਰੱਖਣਾ ਪੈਂਦਾ ਹੈ। ਕਈ ਵਾਰ ਆਪਾਂ ਕੁਛ ਬਣਾਉਂਦੇ ਹੁੰਦੇ ਹਾਂ, ਮਾਈਂਡ 'ਚ ਕੁਛ ਹੋਰ ਚੱਲ ਪੈਂਦਾ, ਘਰ ਦੀਆਂ ਟੈਨਸ਼ਨਾਂ ਹੁੰਦੀਆਂ ਨੇ, ਹੋਰ ਬਾਹਰ ਅੰਦਰ ਦੀਆਂ ਜੋਬ ਦੀਆਂ ਹੈ ਨਾ, ਜੋਬ 'ਤੇ ਇੰਪਲੋਇਜ਼ ਹੋਰ ਵੀ ਕਲੀਗਸ ਹੁੰਦੇ ਨੇ ਨਾਲ, ਤਾਂ ਉੱਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ। ਬੜਾ ਕਿੰਨਾ ਕੁ ਮਤਲਬ ਦਿਮਾਗ ਨੂੰ ਉਸ 'ਤੇ ਕੌਨਸਨਟਰੇਟ ਰੱਖਦੇ ਹੋ ਉਸ ਚੀਜ਼ ਨੂੰ ਬਣਾਉਂਦੇ ਸਮੇਂ? ਇਹ ਬਹੁਤ ਪੇਸ਼ੈਂਸ ਵਾਲਾ ਕੰਮ ਹੈਗਾ ਕਿਉਂਕਿ ਚੌਕ ਬੜਾ ਡੈਲੀਕੇਟ ਹੈ। ਇੱਕ ਤਾਂ ਟੁੱਟ ਬਹੁਤ ਜਲਦੀ ਜਾਂਦਾ ਹੈ ਅਤੇ ਪੇਸ਼ੈਂਸ ਰੱਖਣੀ ਪੈਂਦੀ ਹੈ ਕਿ ਕਿਸੇ ਤਰ੍ਹਾਂ ਦਾ ਗਲਤ ਜੇ ਇੱਕ ਹੱਥ ਤੁਹਾਡਾ ਇੱਕ ਵਾਰ ਵੀ ਗਲਤ ਚੱਲ ਗਿਆ ਤੇ ਉਹ ਪੂਰਾ ਚੌਕ ਖਰਾਬ ਹੋ ਜਾਣਾ, ਜਾਂ ਫਿਰ ਜੇ ਉਹ 'ਤੇ ਪ੍ਰੈਸ਼ਰ ਜ਼ਿਆਦਾ ਪੈ ਗਿਆ ਤੇ ਫਿਰ ਉਹ ਟੁੱਟ ਵੀ ਸਕਦਾ ਹੈ ਕਿਉਂਕਿ ਮਿਹਨਤ ਤੁਹਾਡੀ ਕੀਤੀ ਵੀ ਸਾਰੀ ਖਰਾਬ ਹੋ ਜਾਂਦੀ ਹੈ। ਤਾਂ ਬੜਾ ਕੁਛ ਧਿਆਨ 'ਚ ਰੱਖ ਕੇ ਇਹ ਕੰਮ ਕਰਨਾ ਪੈਂਦਾ ਹੈ ਜੀ। ਚੌਕ ਦੀ ਸਮਝ ਆਉਂਦੀ ਹੈ, ਚਲੋ ਫਿਰ ਵੀ ਜੇ ਆਪਾਂ ਕਰੀਏ ਐਡੀ ਵੱਡੀ ਚੀਜ਼ ਹੈ, ਉਹ 'ਤੇ ਬੇਸ਼ੱਕ ਆਪਾਂ ਨੂੰ ਬਹੁਤ ਨਾਜ਼ੁਕ ਚੀਜ਼ ਹੈ, ਪਰ ਫਿਰ ਵੀ ਸੋਚ ਸਮਝ ਕੇ ਕਰਨਾ ਪੈਂਦਾ। ਬਦਾਮ ਦਾ ਕੀ ਚੱਕਰ ਹੈ? ਬਦਾਮ ਜੀ ਖਾ ਕੇ ਅਕਲ ਆ ਗਈ ਕਹਿੰਦੇ ਬਦਾਮ ਦੀ। ਖਾਣ ਵਾਲੀ ਚੀਜ਼ ਹੈ ਅਤੇ ਖਾਂਦੇ ਹੀ ਦਿਮਾਗ ਦੇ ਵਿੱਚ ਆਇਆ ਅਤੇ ਕਿ ਕਿਉਂ ਨਾ ਕਿ ਇੱਕ ਬਦਾਮ ਨੂੰ ਵੀ ਟਰਾਈ ਕੀਤਾ ਜਾਵੇ, ਇਹਦੇ 'ਤੇ ਵੀ ਘਰ ਕੇ ਦੇਖਿਆ ਜਾਵੇ, ਅਤੇ ਫਿਰ ਉਹ ਕੋਸ਼ਿਸ਼ ਕੀਤੀ ਅਤੇ ਕੋਸ਼ਿਸ਼ ਜਿਹੜੀ ਸਫਲ ਹੋ ਗਈ ਮੇਰੀ ਜੀ।
ਕਹਿੰਦੇ ਬਦਾਮ ਖਾ ਕੇ ਅਕਲ ਆਉਂਦੀ ਹੈ, ਮਾਸਟਰ ਜੀ ਨੇ ਵਾਕਈ ਗੱਲ ਸੱਚੀ ਕਰਤੀ। ਉੱਤੋਂ ਦਾ ਮਾਸਟਰ ਜੀ ਨੇ ਉੱਤੋਂ ਅਕਲ ਵੱਧ ਅਤੇ ਉੱਤੋਂ ਖਾਣ ਨਾਲ ਵੀ ਆ ਗਈ, ਗੱਲ ਵੀ ਸੱਚੀ ਕਰਤੀ। ਮਾਸਟਰ ਜੀ ਸਭ ਤੋਂ ਪਹਿਲਾਂ ਜੇ ਆਪਾਂ ਚੌਕ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਬਦਾਮ ਦੀ ਗੱਲ ਚੱਲ ਰਹੀ ਹੈ, ਅਤੇ ਬਦਾਮ ਸਭ ਤੋਂ ਪਹਿਲਾਂ ਬਦਾਮ 'ਤੇ ਬਣਾਇਆ ਕੀ ਸੀਗਾ? ਇੱਕ ਹਿਊਮਨ ਫੇਸ ਹੀ ਬਣਾਇਆ ਸੀਗਾ। ਜਿੱਦਾਂ ਮੈਂ ਚੌਕ ਦੇ ਉੱਪਰ ਵੀ, ਜਦੋਂ ਚੌਕ ਦੀ ਗੱਲ ਕਰਦੇ ਹਾਂ ਤਾਂ ਚੌਕ ਦੇ ਉੱਪਰ ਵੀ ਇੱਕ ਹਿਊਮਨ ਫੇਸ ਹੀ ਘੜਿਆ ਸੀਗਾ ਸਟਾਰਟਿੰਗ ਦੇ ਵਿੱਚ ਮੈਂ, ਅਤੇ ਫਿਰ ਉਹੀ ਮਾਈਂਡ ਦੇ ਵਿੱਚ ਸੀਗਾ, ਕਿਉਂਕਿ ਚੌਕ ਤਾਂ ਫਿਰ 3 ਇੰਚ ਦਾ ਹੈਗਾ, ਬਦਾਮ ਤਾਂ ਬਹੁਤ ਛੋਟਾ ਰਹਿ ਜਾਂਦਾ, ਅਤੇ ਉਹਦੇ ਉੱਪਰ ਜ਼ਿਆਦਾ ਕੁਛ ਨਹੀਂ ਸੀਗਾ ਮਾਈਂਡ ਦੇ ਵਿੱਚ। ਅਤੇ ਇੱਕ ਇਹੀ ਸੀਗਾ ਕਿ ਫੇਸ ਘੜਿਆ ਜਾਵੇ ਪਹਿਲਾਂ, ਅਤੇ ਫੇਸ ਘੜਿਆ ਸੀਗਾ ਜੀ। ਹਾਂਜੀ, ਇੱਕ ਹਿਊਮਨ ਫੇਸ ਘੜਿਆ ਗਿਆ ਜੀ। ਵੈਸੇ ਮਾਸਟਰ ਜੀ ਹਮੇਸ਼ਾ ਸਵਾਲ ਕਰਦੇ ਹੁੰਦੇ ਨੇ, ਸਟੂਡੈਂਟ ਫਸਦੇ ਹੁੰਦੇ ਨੇ, ਚਲੋ ਅਸੀਂ ਵੀ ਸਟੂਡੈਂਟ ਹਾਂ, ਮਾਸਟਰ ਜੀ ਨੂੰ ਫਸਾ ਕੇ ਦੇਖਦੇ ਹਾਂ। ਮਾਸਟਰ ਜੀ ਚੌਕ ਦੀ ਗੱਲ ਹੋ ਗਈ 3 ਇੰਚ ਦਾ, ਬਦਾਮ ਥੋੜ੍ਹਾ ਜਿਹਾ ਛੋਟਾ ਹੋ ਗਿਆ, ਚਲੋ ਇੰਚ ਦਾ ਮੰਨ ਲਓ, ਠੀਕ ਹੈ, ਹੋਰ ਵੀ ਛੋਟਾ ਹੋ ਜਾਂਦਾ। ਮੂੰਗਫਲੀ ਦਾ ਦਾਣਾ ਬਸ ਉਹ ਵੀ ਇੱਕ ਦਿਨ ਬਦਾਮ ਖਾ ਰਹੇ ਸੀਗੇ, ਦੂਜੇ ਦਿਨ ਮੂੰਗਫਲੀ ਸੀਗੀ ਹੱਥ 'ਚ, ਅਤੇ ਫਿਰ ਕੋਸ਼ਿਸ਼ ਕੀਤੀ ਕਿ ਸ਼ਾਇਦ ਉਸ ਤੋਂ ਵੀ ਛੋਟੇ 'ਤੇ ਟਰਾਈ ਕੀਤਾ ਜਾਵੇ, ਅਤੇ ਫਿਰ ਉਹ ਇੱਕ ਮੂੰਗਫਲੀ ਦੇ ਦਾਣੇ 'ਤੇ ਘੜਿਆ ਗਿਆ ਸੀਗਾ ਇੱਕ ਫੇਸ ਛੋਟਾ ਜਿਹਾ। ਦੇਖੋ ਜਿਹੜੀ ਚੀਜ਼ ਖਾਂਦੇ ਨੇ ਉਸੇ ਚੀਜ਼ ਨੂੰ ਬਣਾਉਂਦੇ ਨੇ। ਕੁਛ ਲੋਕ ਤਾਂ ਚੌਕ ਵੀ ਖਾਂਦੇ ਨੇ, ਬੱਤੀਆਂ ਵੀ ਸਲੇਟੀਆਂ ਕਹਿੰਦੇ ਨੇ, ਉਹ ਵੀ ਖਾਂਦੇ ਨੇ ਨਾ। ਮੈਨੂੰ ਲੱਗਦਾ ਮਾਸਟਰ ਜੀ ਦੇ ਹੱਥ 'ਚ ਚੀਨੀ ਦੇ ਦਾਣੇ ਤਾਂ ਬਚਾ ਕੇ ਰੱਖਣੇ ਪੈਂਦੇ ਹੋਣੇ। ਨਹੀਂ, ਉਹ ਹਾਲੇ ਬਹੁਤ ਡੈਲੀਕੇਟ ਹੈਗਾ ਜੀ। ਮਤਲਬ ਚੀਨੀ ਦਾ ਆਪਾਂ ਮਤਲਬ ਹਾਲੇ ਮਾਈਂਡ ਦੇ ਵਿੱਚ ਆਇਆ ਨਹੀਂ, ਤੁਹਾਡੇ ਕਹਿਣ ਤੋਂ ਬਾਅਦ ਸੋਚ ਰਿਹਾ ਕਿ ਹਾਂ ਕੁਝ ਹੋ ਸਕਦਾ, ਤਾਂ ਦੇਖਿਆ ਜਾਏਗਾ ਫਿਊਚਰ ਦੇ ਵਿੱਚ, ਪਹਿਲਾਂ ਹਾਲੇ ਤੱਕ ਕੁਛ ਇੱਦਾਂ ਦਾ ਮਾਈਂਡ ਦੇ ਵਿੱਚ ਨਹੀਂ ਹੈ। ਉਹ ਗੱਲ ਸੱਚੀ ਹੈ ਨਾ, ਛੋਟੀ ਚੀਜ਼ ਵੱਡਾ ਧਮਾਕਾ, ਜਿੰਨੀ ਛੋਟੀ ਚੀਜ਼ ਹੁੰਦੀ ਉੱਦਾਂ ਵੱਡਾ ਧਮਾਕਾ ਕਰੀ ਯੂਨੀਵਰਸਿਟੀ। ਅਤੇ ਹੁਣ ਟੋਟਲ ਕਿੰਨੇ ਆਰਟਿਸਟਾਂ ਦੀ ਤੁਸੀਂ ਬਣਾ ਚੁੱਕੇ ਹੋ, ਕੁਝ ਦੱਸੋਗੇ ਸਾਨੂੰ? ਤਕਰੀਬਨ ਇਹ ਜੀ ਕਲਾਕ੍ਰਿਤੀਆਂ ਜੀ, ਜੇ ਟੋਟਲ ਗੱਲ ਕਰੀਏ ਤਾਂ ਤਕਰੀਬਨ 500 ਦੇ ਨੇੜੇ ਤੇੜੇ ਕਲਾਕ੍ਰਿਤੀਆਂ ਘੜ ਦਿੱਤੀਆਂ ਗਈਆਂ ਜੀ। ਜੀ ਮਾਸਟਰ ਜੀ ਕਦੇ ਕਿਹਾ ਨਹੀਂ ਆਸ ਪੜੋਸਦਿਆਂ ਨੇ, ਘਰਦਿਆਂ ਨੇ ਕਿਉਂ ਟਾਈਮ ਵੇਸਟ ਕੀਤਾ ਹੈ, ਕਿਉਂ ਚੰਗੀ ਭਲੀ ਨੌਕਰੀ ਹੈ, ਕਿਉਂ ਮੱਥਾ ਪਕਾਈ ਕਰਦਾ? ਤੇ ਦੇਖੋ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਕੁਝ ਸੁਣਨ ਨੂੰ ਮਿਲਿਆ ਕਿ ਤੁਹਾਨੂੰ ਬਹੁਤ ਕੁਝ, ਕਿਉਂਕਿ ਜੇ ਤੁਸੀਂ ਕੁਝ ਅਲੱਗ ਰਾਹ ਫੜਦੇ ਹੋ ਤਾਂ ਤੁਹਾਨੂੰ ਕਈ ਵਾਰ ਹੁੰਦਾ ਕਿ ਕੀ ਕਰਨ ਲੱਗਿਆ ਵਾ ਇਹ ਚੌਕ, ਹੈ ਨਾ, ਸਾਰਾ ਦਿਨ ਬੈਠੇ ਰਹਿੰਦਾ। ਮਤਲਬ ਕਿ ਬਾਹਰ ਦੇ ਵੀ ਬੋਲਦੇ ਸੀਗੇ, ਕਿਉਂਕਿ ਬਾਹਰਲਿਆਂ ਨੂੰ ਤਾਂ ਮਤਲਬ ਨਹੀਂ ਹੁੰਦਾ ਤੁਹਾਡੇ ਨਾਲ, ਪਰ ਪੇਰੈਂਟਸ ਨੂੰ ਹੁੰਦਾ, ਘਰਦਿਆਂ ਨੂੰ ਹੁੰਦਾ, ਕਿਉਂਕਿ ਘਰ ਦੇ ਵਿੱਚ ਬੈਠੇ ਹੋ ਤੁਸੀਂ। ਸਟਾਰਟਿੰਗ ਦੇ ਵਿੱਚ ਲੱਗਦਾ ਸੀਗਾ ਘਰਦਿਆਂ ਨੂੰ ਕਿ ਕੀ ਕਰ ਰਹੇ ਆ, ਹੈ ਨਾ, ਸਾਰੇ ਘਰ ਦੇ ਵਿੱਚ ਚੌਕ ਹੋ ਜਾਂਦਾ, ਅਤੇ ਨਿਕਲਦਾ ਗਿਆ ਟੁੱਟ ਜਾਂਦਾ ਉਹ ਫਾਈਨਲੀ। ਅਤੇ ਫਿਰ ਪਰ ਜਦੋਂ ਪਤਾ ਲੱਗੀ ਵੀ ਹਾਂ ਇੱਕ ਕੁਛ ਅਲੱਗ ਚੀਜ਼ ਹੈਗੀ ਆ, ਫਿਰ ਉਹ ਲੋਕ ਜਿਹੜੇ ਆਰਟ ਦੀ ਸਮਝ ਰੱਖਣ ਵਾਲੇ ਲੋਕ ਹੈਗੇ ਨੇ, ਇਹ ਹਰ ਕਿਸੇ ਦੇ ਸਮਝ ਨਹੀਂ ਆਉਂਦੀ ਆਰਟ, ਇਹਨੂੰ ਸਮਝਣ ਵਾਸਤੇ ਇੱਕ ਅਲੱਗ ਗੁਣ ਚਾਹੀਦਾ ਆਪਣੇ ਮਨ ਦੇ ਵਿੱਚ। ਅਤੇ ਉਹ ਜਿਹੜੇ ਸਮਝਦੇ ਸੀਗੇ ਲੋਕ, ਉਹ ਐਪਰੀਸ਼ੀਏਟ ਕਰਦੇ ਸੀਗੇ ਜਦੋਂ ਆ ਕੇ। ਤਾਂ ਫਿਰ ਪੇਰੈਂਟਸ ਨੂੰ ਲੱਗਦਾ ਸੀਗਾ ਕਿ ਹਾਂ ਵਾਕਈ ਕੁਛ ਅਲੱਗ ਚੀਜ਼ ਹੈਗੀ ਹੈ। ਤਾਂ ਫਿਰ ਪੇਰੈਂਟਸ ਤਾਂ ਕਹਿੰਦੇ ਨੇ ਕਿ ਦੀਵਾਰ ਹੈ ਤੁਹਾਡੇ ਨਾਲ ਹਮੇਸ਼ਾ, ਜਿਹੜੀ ਤੁਹਾਨੂੰ ਹੌਸਲਾ ਦਿੰਦੀ ਹੈ, ਚਾਹੇ ਤੁਸੀਂ ਉੱਪਰ ਹੋ ਗਏ ਕਿਤੇ ਵਧੀਆ ਲੈਵਲ 'ਤੇ ਪਹੁੰਚ ਗਏ, ਜਾਂ ਫਿਰ ਤੁਸੀਂ ਕਿਤੇ ਤੁਹਾਡਾ ਸਮਾਂ ਖਰਾਬ ਹੈਗਾ, ਅਤੇ ਉਹਨਾਂ ਦਾ ਬੜਾ ਅਹਿਮ ਰੋਲ ਹੁੰਦਾ ਤੁਹਾਡੀ ਲਾਈਫ ਦੇ ਵਿੱਚ, ਅਤੇ ਉਹ ਹਮੇਸ਼ਾ ਨਾਲ ਖੜ੍ਹੇ ਆ ਜੀ ਹਾਲੇ ਤੱਕ ਜੀ। ਮਾਸਟਰ ਜੀ ਇੱਕ ਗੱਲ ਕਹੂੰਗਾ, ਤੁਸੀਂ ਤੁਹਾਡੇ ਵਰਗੇ ਮਾਸਟਰ ਹੀ ਸਾਨੂੰ ਸਕੂਲਾਂ 'ਚ ਫੜ ਕੇ ਮੁਰਗੇ ਬਣਾ ਕੇ ਬਾਹਾਂ ਮਰੋੜ ਕੇ ਪੜ੍ਹਾਉਂਦੇ ਹੁੰਦੇ, ਸਰਕਾਰੀਆਂ 'ਚ ਪੜ੍ਹੇ ਆ, ਤਾਂ ਅਕਸਰ ਕਹਿੰਦੇ ਹੁੰਦੇ ਵੱਡਾ ਬੰਦਾ ਜਿਹੜਾ ਇਨਸਾਨ ਹੈ, ਜਿਹੜਾ ਉਹ ਕਿੱਡਾ ਵੀ ਵੱਡਾ ਹੋ ਜੇ ਅਤੇ ਮਾਂ ਅੱਗੇ ਉਹ ਛੋਟਾ ਹੀ ਰਹਿੰਦਾ। ਅਤੇ ਜਦੋਂ ਇੱਦਾਂ ਦੇ ਕੰਮ ਲਈ ਟਾਈਮ ਕੱਢਦੇ ਸੀ, ਜਾਂ ਫਿਰ ਪਿਛਲੇ 10 ਸਾਲ ਤੋਂ ਬਣਾ ਰਹੇ ਹੋ, ਕਹਿੰਦੇ ਮਾਂ ਸਭ ਤੋਂ ਵੱਧ ਹੁੰਦੀ, ਮੰਮੀ ਨੇ ਫਿਰ ਕਿੰਨਾ ਕੁ, ਮਤਲਬ ਕਹਿਣ ਦਾ ਭਾਵ ਹੁਣ ਤੁਸੀਂ ਸਮਝ ਹੀ ਗਏ ਹੋਣੇ, ਕਦੇ ਡਾਂਟਿਆ ਹੋਣਾ? ਨਹੀਂ, ਮਤਲਬ ਉਹੀ ਸੀਗਾ ਉਹਨਾਂ ਦੇ ਮਾਈਂਡ ਦੇ ਵਿੱਚ, ਜਦੋਂ ਮੈਂ ਦੱਸਿਆ ਨਾ ਜਿੱਦਾਂ ਕਿ ਨਹੀਂ ਪਤਾ ਸੀਗਾ ਜਦੋਂ, ਅਤੇ ਫਿਰ ਲੱਗਦਾ ਸੀਗਾ ਕਿ ਹਾਂ, ਕਿਉਂਕਿ ਟਾਈਮ ਮੈਂ ਸਕੂਲ ਦਾ, ਕਿਉਂਕਿ ਨਵਾਂ ਸ਼ੌਂਕ ਸੀਗਾ, ਲੱਗਦਾ ਸੀਗਾ ਕੁਛ ਅੱਜ ਇਹ ਕਰਾਂਗਾ ਹੈ ਨਾ, ਅਤੇ ਉਸ ਟਾਈਮ 'ਤੇ ਟਾਈਮ ਵੱਧ ਦਿੰਦਾ ਸੀਗਾ ਮੈਂ ਆਪਣਾ ਸਰਕਲ ਵੀ ਖ਼ਤਮ ਕਰਤਾ ਸੀਗਾ ਉਸ ਟਾਈਮ 'ਤੇ, ਹੈ ਨਾ। ਅਤੇ ਲੱਗਦਾ ਸੀਗਾ ਕੁਝ ਨਵਾਂ ਕਰ। ਫਿਰ ਉਹਨਾਂ ਨੂੰ ਇੱਕ ਟੈਨਸ਼ਨ ਸੀਗੀ ਕਿ ਕਿਤੇ ਹੈਲਥ ਇਸ਼ੂ ਨਾ ਕੋਈ ਹੋ ਜਾਏ, ਕਿਉਂਕਿ ਚੌਕ ਹੈਗਾ, ਅਤੇ ਇੱਕ ਤਾਂ ਡਸਟ ਜਿਹੜੀ ਹੈਗੀ ਉਹਦੀ ਬਹੁਤ ਹੋ ਜਾਂਦੀ ਹੈ, ਆਈਜ਼ 'ਤੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਪੈ ਜਾਏ, ਆਈਜ਼ ਦੀ ਕੋਈ ਪ੍ਰੋਬਲਮ ਨਾ ਹੋ ਜਾਏ, ਜਾਂ ਫਿਰ ਹੋਰ ਸਿਟਿੰਗ ਕਰਕੇ, ਹੈ ਨਾ, ਇੰਨੇ ਟਾਈਮ ਬੈਠਾ ਰਹਿੰਦਾ, ਉਹਦੇ ਕਰਕੇ ਕੋਈ ਹੈਲਥ ਇਸ਼ੂ ਨਾ ਆ ਜਾਏ, ਇੱਦਾਂ ਦੀ ਚਿੰਤਾ। ਕਿਉਂਕਿ ਮਾਂ ਦੇ ਕੋਲ ਤਾਂ ਇਹੀ ਚੀਜ਼ਾਂ ਹੈਗੀਆਂ ਕਿ ਕੁਛ ਉਹ ਕੋਈ ਗਲਤ ਚੀਜ਼ ਨਾ ਹੋ ਜਾਏ ਬੱਚੇ ਨਾਲ, ਹੈ ਨਾ, ਤਾਂ ਕਿਉਂਕਿ ਉਹਨਾਂ ਨੂੰ ਤਾਂ ਇਹੀ ਚਿੰਤਾ ਸੀਗੀ। ਬਾਕੀ ਰੋਕਣ ਵਾਲੇ ਤਾਂ ਉਹੀ ਹੈ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਵਧੀਆ ਕੁਛ ਅਲੱਗ ਕਰ ਰਿਹਾ, ਤਾਂ ਜੀ ਐਪਰੀਸ਼ੀਏਸ਼ਨ ਮਿਲਦੀ ਸੀਗੀ ਉਹਨਾਂ ਵੱਲੋਂ। ਉਹ ਜਿਵੇਂ ਕਹਿੰਦੇ ਹੁੰਦੇ ਨੇ, ਕਹਿੰਦੇ ਮਾਂ 'ਚ ਜਿੰਨਾ ਮਰਜ਼ੀ ਬੰਦਾ, ਜਿਵੇਂ ਹੁਣ ਗੱਲ ਕਰਕੇ ਹਟਿਆ, ਮਾਂ ਵਾਸਤੇ ਬੱਚਾ ਹੀ ਹੁੰਦਾ। ਮਾਂ ਫਿਰ ਵੀ ਕਹਿੰਦੀ ਹੈ ਸਾਡਾ ਤਾਂ ਨਲਾਇਕ ਹੀ ਹੈ ਭਾਈ। ਦੇਖੋ ਮਾਂ ਤਾਂ ਕਹਿੰਦੇ ਹੋਣੇ ਮਾਸਟਰ ਜੀ ਨੂੰ ਵੀ, ਕਿਉਂਕਿ ਚੌਕ 'ਤੇ ਬਣਾ ਰਹੇ ਸੀ ਖਾਣ ਵਾਸਤੇ, ਨਿਗਾਹ ਵਧਾਉਣ ਵਾਸਤੇ ਬਦਾਮ ਲਿਆਤੇ ਹੋਣੇ, ਅਤੇ ਬਦਾਮ 'ਤੇ ਵੀ ਇਹਨਾਂ ਨੇ ਕਾਰਾਗਰੀ ਸ਼ੁਰੂ ਕਰਤੀ, ਤਾਂ ਫਿਰ ਕਲੇਸ਼ ਤਾਂ ਹੋਣੀ ਹੈ। ਅਤੇ ਮਾਸਟਰ ਜੀ ਮੈਂ ਸੁਣਿਆ ਨਾਲ ਲਿਖ ਦਿਓ ਵੀ ਹੋ? ਹਾਂਜੀ, ਬਸ ਕੋਸ਼ਿਸ਼ ਰਹਿੰਦੀ ਹੈ, ਜੇ ਕੁਛ ਮਾਈਂਡ ਦੇ ਵਿੱਚ ਆਉਂਦਾ ਤਾਂ ਉਹਨੂੰ ਕਾਪੀ ਦੇ ਉੱਪਰ ਉਤਾਰ। ਇਹ ਗੱਲ ਗਲਤ ਹੈ ਮਾਸਟਰ ਜੀ, ਕੋਸ਼ਿਸ਼ ਕਹਿ ਕੇ ਨਾ ਤੁਸੀਂ ਮਾਸਟਰ ਬੜਾ ਕੁਛ ਚੰਗਾ ਲਿਖ ਦਿੰਦੇ ਹੁੰਦੇ, ਬਾਅਦ 'ਚੋਂ ਪਤਾ ਲੱਗਦਾ ਹੁੰਦਾ ਕੋਈ ਚੰਗੀਆਂ ਚੀਜ਼ਾਂ ਲਿਖੀਆਂ ਹੋਈਆਂ। ਬਸ ਇਹ ਜ਼ਰੂਰ ਦੀ ਤੁਹਾਨੂੰ ਸੁਣਾਵਾਂਗੇ ਕੁਛ ਨਾ ਕੁਛ ਜ਼ਰੂਰ। ਜੇ ਸੁਣਾਉਣ ਦੀ ਗੱਲ ਆਈ ਹੈ, ਮੈਂ ਕਹਿੰਦਾ ਫਿਰ 2 ਲਾਈਨਾਂ ਹੋ ਜਾਣ ਪਹਿਲਾਂ। ਜੀ ਬਿਲਕੁਲ।
ਕਿਸ ਬਾਰੇ ਲਿਖਿਆ ਹੈ ਉਹ ਦੱਸੋਗੇ ਸਾਨੂੰ ਸਭ ਤੋਂ ਪਹਿਲਾਂ? ਮੈਂ ਰੀਸੈਂਟਲੀ ਜਿਹੜਾ ਪੰਜਾਬ ਦੇ ਵਿੱਚ ਸਾਡਾ ਇੱਕ ਇੰਸੀਡੈਂਟ ਹੋਇਆ ਹੈਗਾ ਸਿੱਧੂ ਮੂਸੇਵਾਲੇ ਜੀ ਨੂੰ ਲੈ ਕੇ, ਉਹਨਾਂ ਦੇ ਉੱਪਰ ਚੰਦ ਲਾਈਨਾਂ ਲਿਖੀਆਂ ਸੀਗੇ ਕਿ ਜੋ ਹਾਲਾਤ ਸੀਗੇ ਉਸ ਟਾਈਮ 'ਤੇ ਜੋ ਮਾਈਂਡ ਦੇ ਵਿੱਚ ਆਇਆ ਕਿ ਰਾਤੀ ਸੌਣ ਤੋਂ ਪਹਿਲਾਂ ਮਤਲਬ ਕਿ ਇੱਕ ਨਹੀਂ ਇਹ ਲਿਖਣੀ ਹੈ ਚੀਜ਼ ਹੈ ਨਾ, ਕਿਉਂਕਿ ਸਵੇਰੇ ਉੱਠੋਗੇ ਤੁਸੀਂ ਭੁੱਲ ਜਾਂਦੇ ਹੋ। ਅਤੇ ਫਿਰ ਉਹ ਕੁਛ ਲਾਈਨਾਂ ਸੀਗੀਆਂ ਜਿਹੜੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਕਿ ਉਹਨਾਂ ਨੂੰ ਲੈ ਕੇ ਲਿਖੀਆਂ ਸੀਗੀ। ਜੋ ਹਾਲਾਤ ਸੀਗੇ, ਜੋ ਸਰਕਮਸਟੈਂਸਿਸ ਉਸ ਟਾਈਮ 'ਤੇ ਬਣੇ ਸੀਗੇ, ਲੋਕਾਂ ਦੇ ਦਿਮਾਗ ਦੇ ਵਿੱਚ, ਜਹਨ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਸੀਗੀਆਂ ਜੀ, ਉਹਨੂੰ ਲੈ ਕੇ ਲਿਖਿਆ ਸੀਗਾ ਕਿ ਕੀ ਫਰਕ ਪੈਂਦਾ ਸਰਕਾਰਾਂ ਨੂੰ, ਬੇਸ਼ਰਮ ਜੀਆਂ ਮਕਾਰਾਂ ਨੂੰ, ਕਿਸੇ ਮਾਂ ਦਾ ਭਾਵੇਂ ਪੁੱਤ ਮਰੇ, ਕੋਈ ਚੜ੍ਹੀ ਜਵਾਨੀ ਚੱਲ ਵਸੇ, ਪਿਓ ਨੂੰ ਪੁੱਤਰ ਦੀ ਚਿਤਾ ਜਗਾਉਣੀ ਪਵੇ, ਬਰਾਤ ਤੋਂ ਪਹਿਲਾਂ ਅਰਥੀ ਉਠਾਉਣੀ ਪਵੇ, ਕੋਈ ਦਰਦ ਨਹੀਂ ਇਹਨਾਂ ਠੇਕੇਦਾਰਾਂ ਨੂੰ, ਕੁਰਸੀ ਦੇ ਬਣੇ ਇਹਨਾਂ ਯਾਰਾਂ ਨੂੰ, ਕੋਈ ਘਰ ਕਿਸੇ ਦਾ ਉੱਜੜ ਜੇ, ਕੋਈ ਔਲਾਦ ਕਿਸੇ ਦੀ ਵਿਛੜ ਜੇ, ਕਦੋਂ ਤੱਕ ਇੱਦਾਂ ਹੀ ਹਾਲਾਤ ਰਹਿਣੇ, ਕਿੰਨੇ ਕੁ ਸ਼ੁਭਦੀਪ ਹਲੇ ਹੋਰ ਜਾਣੇ। ਕੀ ਫਰਕ ਪੈਂਦਾ ਇਹਨਾਂ ਸਰਕਾਰਾਂ ਨੂੰ। ਕਿਆ ਬਾਤ ਹੈ ਮਾਸਟਰ, ਕਿਆ ਬਾਤ ਹੈ। ਇੱਕਦਮ ਮੈਂ ਵੀ ਸੁਣ ਕੇ ਮਤਲਬ ਕਿਤੇ ਹੋਰ ਹੀ ਚੱਲ ਗਿਆ ਸੀਗਾ ਮੈਂ ਨਾ। ਅਤੇ ਬਹੁਤ ਵਧੀਆ ਕਵਿਤਾ ਲਿਖੀ ਹੋਈ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਕਰੰਟਲੀ ਚੱਲ ਰਿਹਾ ਨਾ, ਬਹੁਤ ਹੀ ਮੰਦਭਾਗੀ ਘਟਨਾ ਇੱਕ ਪੰਜਾਬ ਦੇ ਵਿੱਚ, ਕਿਉਂਕਿ ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਨੇ ਇਸ ਪੰਜਾਬ ਨੂੰ, ਮਾਨਸਾ ਦਾ ਇੱਕ ਛੋਟਾ ਜਿਹਾ ਆਪਣਾ ਮੂਸਾ ਕਿੱਥੇ ਪਹੁੰਚਾਤਾ। ਅਸੀਂ ਉੱਥੇ ਸੀਗੇ, ਦੇਖਿਆ ਕਿ ਮੈਨੂੰ ਲੱਗਦਾ ਵੀ ਹਜੇ ਤੱਕ ਇੱਦਾਂ ਦਾ ਕੋਈ ਦੇਖਿਆ ਨਹੀਂ ਹੋਣਾ ਸੀਨ ਕਿ ਉੱਥੋਂ ਬਹੁਤ ਦੂਰੋਂ ਲੋਕ ਹੈਗੇ। ਭਾਜੀ ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ, ਕੋਈ ਗੱਲਬਾਤ ਕਿਸੇ ਵੀ ਤਰੀਕੇ ਦੀ? ਦੇਖੋ ਜੀ, ਇਹ ਜਿਹੜੀ ਵੀ ਘਟਨਾ ਹੋਈ ਹੈ, ਦੇਖੋ ਐਜ਼ ਐਨ ਹਿਊਮਨ ਬੀਇੰਗ ਜੇ ਆਪਾਂ ਦੇਖੀਏ, ਆਰਟਿਸਟ ਸੀਗੇ, ਕਿੱਦਾਂ ਦੇ ਸੀਗੇ, ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਉਹ ਆਪਣੀ ਰਾਏ ਹੁੰਦੀ ਹਰ ਕਿਸੇ ਦੀ। ਬਟ ਜੋ ਘਟਨਾ ਵਾਪਰੀ ਹੈ, ਇੱਦਾਂ ਦੀ ਘਟਨਾ ਸਮਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਮਾਂ ਨੂੰ ਪਿਓ ਨੂੰ ਪੁੱਛ ਕੇ ਦੇਖੀਏ, ਸ਼ਾਇਦ ਉਹਨਾਂ ਦੀ ਤਾਂ ਜ਼ਿੰਦਗੀ ਉਸ ਤੋਂ ਸੀਗੀ ਨਹੀਂ, ਉਸ ਤੋਂ ਬਾਅਦ ਕੁਛ ਹੈਗੀ ਨਹੀਂ ਹੈਗੀ। ਹੁਣ ਉਹ ਜੀ ਜ਼ਰੂਰ ਰਹੇ ਹੈ, ਮੇਰੇ ਖਿਆਲ 'ਤੇ ਉਹ ਰੋਜ਼ ਯਾਦ ਕਰਦੇ ਨੇ ਅਤੇ ਰੋਜ਼ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਛ ਆਉਂਦਾ ਹੋਣਾ। ਸ਼ਾਇਦ ਉਹ ਮਤਲਬ ਆਪਾਂ ਸ਼ਾਇਦ ਉਹਨਾਂ ਦੀ ਫੀਲਿੰਗ ਸਮਝ ਵੀ ਨਹੀਂ ਪਾਉਂਦੇ ਹੈ ਨਾ। ਅਤੇ ਉਹ ਇੱਦਾਂ ਦੀ ਚੀਜ਼ਾਂ ਜਿਹੜੀ ਸਮਾਜ ਦੇ ਵਿੱਚ ਜਿਹੜੀ ਸਰੇਆਮ ਹੋ ਰਹੀਆਂ ਨੇ, ਸ਼ਾਇਦ ਇਹਨਾਂ 'ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈਗੀ ਹੈ ਕਿ ਕਿਉਂ ਹੋ ਰਹੀ ਹੈ, ਇਹਨਾਂ ਦੀ ਜੜ ਦੇਖਣ ਦੀ ਜ਼ਰੂਰਤ ਹੈਗੀ ਹੈ, ਕਿਉਂ ਹੋ ਰਹੀਆਂ ਹੈ। ਕਿ ਸਮਾਜ ਸਾਡਾ ਚੰਗੇ ਰਾਹ ਵੱਲ ਤੁਰਨਾ ਚਾਹੀਦਾ, ਬਟ ਉਹ ਚੰਗੇ ਨਹੀਂ, ਉਹ ਕਿਤੇ ਗਲਤ ਰਾਹ ਨੂੰ ਤੁਰ ਪਿਆ। ਨੌਜਵਾਨ ਪੀੜ੍ਹੀ ਹੈ ਜਾਂ ਫਿਰ ਕੋਈ ਵੀ ਹੈਗਾ, ਕਿਉਂ ਤੁਰਦਾ ਉਹ ਗਲਤ ਰਸਤੇ 'ਤੇ। ਇਹਨਾਂ ਗੱਲਾਂ 'ਤੇ ਚਿੰਤਨ ਕਰਨ ਦੀ ਜ਼ਰੂਰਤ ਹੈਗੀ ਹੈ, ਚਾਹੇ ਸਰਕਾਰ ਨੇ, ਚਾਹੇ ਕੋਈ ਵੀ ਹੈਗਾ, ਜੋ ਵੀ ਇਹਨਾਂ 'ਤੇ ਕੰਮ ਕਰ ਸਕਦਾ ਹੈ। ਇਹੀ ਗੁਜ਼ਾਰਿਸ਼ ਹੈ ਕਿ ਇਹ ਚੀਜ਼ਾਂ 'ਤੇ ਚਿੰਤਾ ਕੀਤੀ ਜਾਵੇ ਕਿ ਸਾਡਾ ਸਮਾਜ ਹੈ ਜਿਹੜਾ ਇੱਕ ਖੁਸ਼ਹਾਲ ਸਮਾਜ ਬਣ ਸਕੇ। ਇੱਦਾਂ ਦੀ ਜਿਹੜੀ ਘਟਨਾਵਾਂ ਨੇ, ਮਾਂ ਪਿਓ ਵਾਸਤੇ ਇੱਕ ਬਹੁਤ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੇ ਜ਼ਿੰਦਗੀ ਸ਼ੁਰੂਆਤ ਹੀ ਉਹੀ ਹੈ। ਸ਼ੁਰੂਆਤ ਉਹੀ ਹੈ, ਜੇ ਉਹ ਖ਼ਤਮ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਕੁਛ ਰਿਹਾ ਹੀ ਨਹੀਂ। ਅਤੇ ਇਹ ਚੀਜ਼ਾਂ ਬਹੁਤ ਦੇਖਣ ਵਾਲੀਆਂ ਨੇ ਜੀ। ਇੱਕ ਅਧਿਆਪਕ ਹੈ, ਉਹ ਸੁਲਝੇ ਹੋਏ ਹੁੰਦੇ ਨੇ, ਕਿਉਂਕਿ ਹੌਲੀ ਹੌਲੀ ਬੱਚਿਆਂ ਦੀ ਜ਼ਿੰਮੇਵਾਰੀ ਉਹਨਾਂ 'ਤੇ ਹੁੰਦੀ ਹੈ। ਬੇਸ਼ੱਕ ਕਹਿੰਦੇ ਖੂਨ ਦਾ ਰਿਸ਼ਤਾ ਨਹੀਂ, ਪਰ ਮਸਟ ਇੱਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਖੁਦ ਜਲ ਕੇ ਸਟੂਡੈਂਟ ਨੂੰ ਰੋਸ਼ਨੀ ਕਰਦਾ ਹੈ ਨਾ। ਅਤੇ ਤੁਸੀਂ ਨੇ ਵੀ ਜਦੋਂ ਬਾਈ ਦੀਪ ਸਿੱਧੂ ਦਾ ਇੰਸੀਡੈਂਸ ਹੋਇਆ ਸੀਗਾ ਨਾ, ਅਤੇ ਐਕਸੀਡੈਂਟ ਹੋਇਆ ਸੀਗਾ, ਉਸ ਦੀ ਬੜੇ ਟ੍ਰਿਬਿਊਟ ਕੀਤਾ ਸੀਗਾ। ਮੂਸੇ ਵਾਲੇ ਲਈ ਕੁਛ ਬਣਾ ਰਹੇ ਹੋ? ਜੀ ਬਿਲਕੁਲ, ਮਾਈਂਡ ਦੇ ਵਿੱਚ ਹੈਗਾ ਅਤੇ ਕੰਮ ਚੱਲ ਰਿਹਾ ਉਸ 'ਤੇ ਵੀ। ਜ਼ਰੂਰ ਆਉਣ ਵਾਲੇ ਟਾਈਮ 'ਚ ਕੁਛ ਨਾ ਕੁਛ ਦੇਖਣ ਨੂੰ ਮਿਲੇਗਾ ਜ਼ਰੂਰ ਜੀ। ਮਸਟ ਇਹ ਚੌਕ ਵਗੈਰਾ 'ਤੇ ਕੋਈ ਆਰਟ ਕਰਦੇ ਹੋ ਤਾਂ ਬਹੁਤ ਸਾਰੇ ਮੇਰੇ ਵਰਗੇ ਵੀ ਹੁੰਦੇ ਨੇ ਵਿੱਚ ਹੈ ਨਾ, ਅਤੇ ਕਹਿੰਦੇ ਨੇ ਇੱਥੋਂ ਕੁਛ ਬਣਾ ਕੇ ਮੈਨੂੰ ਵੀ ਦਿਓ, ਕੋਈ ਇੱਦਾਂ ਦੀ ਡਿਮਾਂਡ ਕੋਈ ਆਉਂਦੀ ਹੈ? ਹਾਂ ਬਿਲਕੁਲ ਜੀ, ਮੇਰੇ ਸਟੂਡੈਂਟਸ ਨੇ ਜਾਂ ਫਿਰ ਫਰੈਂਡਸ ਨੇ, ਬਰਥਡੇ 'ਤੇ ਜਿੱਦਾਂ ਕੋਈ ਵੀ ਹੈ ਨਾ, ਅਤੇ ਉਹ ਵੀ ਕਹਿ ਦਿੰਦੇ ਨੇ, ਯਾਰ ਤੂੰ ਮੈਨੂੰ ਤਾਂ ਦਿੰਦਾ ਨਹੀਂ ਹੈ ਨਾ, ਤੂੰ ਲੋਕਾਂ ਨੂੰ ਦਿਖਾਈ ਜਾਂਦਾ ਹੈ ਨਾ, ਸਾਨੂੰ ਕਿਆ ਫਾਇਦਾ ਤੇਰਾ। ਅਤੇ ਕਈ ਵਾਰ ਇੱਦਾਂ ਵੀ ਹੁੰਦਾ ਕਿ ਜਿਹੜੇ ਸਟੂਡੈਂਟ ਪਾਸ ਆਊਟ ਹੋ ਕੇ ਚਲੇ ਗਏ, ਜਾਂ ਫਿਰ ਉਹਨਾਂ ਨੇ ਉਸ ਸਕੂਲ ਟਾਈਮ ਦੇ ਵਿੱਚ ਸ਼ਾਇਦ ਮੇਰੇ ਤੋਂ ਮੰਗਿਆ, ਹੁਣ ਮੈਨੂੰ ਯਾਦ ਵੀ ਨਹੀਂ ਹੈਗਾ, ਅਤੇ ਉਹ ਬੱਚੇ ਕਈ ਵਾਰ ਜਿੱਦਾਂ ਕਿਤੇ ਵੀ ਸੋਸ਼ਲ ਮੀਡੀਆ 'ਤੇ ਇੰਟਰੈਕਟ ਹੋ ਜਾਂਦੀ ਹੈ ਕਈ ਵਾਰ, ਤਾਂ ਫਿਰ ਉਹ ਦੱਸਦੇ ਆ ਕਿ ਸਰ ਮੈਂ ਚੌਕ ਮੰਗਿਆ ਸੀਗਾ, ਤੁਸੀਂ ਦਿੱਤਾ ਹੀ ਨਹੀਂ ਹਾਲੇ ਤੱਕ। ਤਾਂ ਉਹ ਬਹੁਤ ਹੈਗਾ ਜੀ, ਇੱਦਾਂ ਦਾ ਚੀਜ਼ਾਂ ਚੱਲਦੀਆਂ ਜੀ। ਮਾਸੀ ਜਾਂਦੇ ਜਾਂਦੇ ਮੈਂ ਕਹੂੰਗਾ ਕਿ ਇੱਕ ਕਵਿਤਾ ਮਾਂ ਜਾਂ ਪਿਓ ਦੇ ਲਈ ਇੱਕ ਹੋ ਜਾਏ, ਕਿਉਂਕਿ ਮਾਂ ਬਾਪ ਹੀ ਸਾਡਾ ਰੱਬ ਹੈ, ਮਾਂ ਬਾਪ ਹੀ ਸਾਡਾ ਕੋਰਟ ਕਚਹਿਰੀ ਹੈ, ਮਾਂ ਬਾਪ ਹੀ ਸਾਡਾ ਗੁਰੂ ਹੈ, ਪਹਿਲਾਂ ਜੇ ਮੰਨਿਆ ਜਾਵੇ, ਉਹਨਾਂ ਦੇ ਲਈ ਕੋਈ 4 ਲਾਈਨਾਂ ਹੋ ਜਾਣ। ਬਿਲਕੁਲ ਜੀ ਬਿਲਕੁਲ, ਮੈਂ ਪਿਓ ਨੂੰ ਲੈ ਕੇ ਜ਼ਰੂਰ ਸੁਣਾਵਾਂਗਾ ਤੁਹਾਨੂੰ, ਕਿਉਂਕਿ ਬਹੁਤ ਘੱਟ ਲਿਖਿਆ ਜਾਂਦਾ ਹੈ। ਮਾਂ ਨੂੰ ਫਿਰ ਵੀ ਤੁਸੀਂ ਦੇਖੋਗੇ ਕਿ ਮਾਂ ਦੇ ਬਹੁਤ ਤੁਹਾਨੂੰ ਸੁਣਨ ਨੂੰ ਮਿਲ ਜਾਏਗਾ, ਪਿਓ ਨੂੰ ਲੈ ਕੇ ਬਹੁਤ ਕੁਛ ਘੱਟ ਦੇਖਣ ਨੂੰ ਮਿਲਦਾ, ਬਟ ਘੱਟ ਸੁਣਨ ਨੂੰ ਮਿਲਦਾ। ਅਤੇ ਮੈਂ ਪਿਓ 'ਤੇ ਇੱਕ ਕਵਿਤਾ ਲਿਖੀ ਸੀਗੀ ਪਿਤਾ 'ਤੇ, कि हर परिवार की एक पहचान होता है पिता, हर परिवार की एक पहचान होता है पिता, अपने बच्चों के लिए पूरा जहान होता है पिता।
अपने बच्चों के लिए पूरा जहान होता है पिता। ताउम्र करता है मेहनत खुद को रख के परे। ताउम्र करता है मेहनत खुद को रख के परे, अपने बच्चों के लिए पैसों की खान होता है पिता। अपने बच्चों के लिए पैसों की खान होता है पिता, ना बताता है अपनी तकलीफ़ किसी को भी कभी। ना बताता है अपनी तकलीफ़ किसी को भी कभी, दुनिया के रिश्तों में सबसे महान होता है पिता। फ़िक्र में रहता है सदा अपनों की, फ़िक्र में रहता है सदा अपनों की, दुखों की धूप में पीपल की छाँव होता है पिता। करता रहता है सबकी फरमाइश पूरी, करता रहता है सबकी फरमाइश पूरी, जादूगर की एक दुकान सा होता है पिता। जादूगर की एक दुकान सा होता है पिता, पिता के दम पर ही होते हैं सारे ऐशो आराम पूरे। पिता के दम पर ही होते हैं सारे ऐशो आराम पूरे, इसलिए हर किसी के लिए उसकी शान होता है पिता। इसलिए उसकी हर किसी के लिए उसकी शान होता है पिता। और अखीर ਦੇ ਵਿੱਚ ਕਹਿੰਦਾ कि और कितना भी कहूँ सब कुछ नाकाफ़ी सा है, और कितना भी कहूँ सब कुछ नाकाफ़ी सा है, बस धरती पे रहने वाला भगवान होता है पिता। धरती पे रहने वाला भगवान है। ਵਾਕਈ ਪਿਤਾ ਇੱਕ ਜਾਦੂਗਰ ਹੈ। ਉਰੇ ਖੁਦ ਨੌਕਰੀਆਂ ਕਰਦੇ ਆ, ਮੇਰੇ ਨਾਲ ਇੱਕ ਪਿੱਛੇ ਵੀ ਬੈਠਾ ਹੈ, ਉਹ ਵੀ ਉਰੇ ਬੈਠੇ ਆ ਨਾ, ਤਾਂ ਖੁਦ ਦੇ ਪੈਸੇ ਨਾਲ ਤਾਂ ਸਮੇਂ ਸਿਰ 'ਤੇ ਕੁਛ ਖਰੀਦਿਆ ਵੀ ਨਹੀਂ ਜਾਂਦਾ। ਜੇ ਗੱਲ ਕਰੀਏ ਤਾਂ ਪਿਤਾ ਤੋਂ ਤਾਂ ਜਦੋਂ ਮਰਜ਼ੀ ਕੁਛ ਵੀ ਮੰਗ ਕੇ ਲੈ ਲੈਂਦੇ, ਕਦੇ ਕੁਛ ਵੀ ਡੈਡੀ ਆਹ ਲੈ ਜਿੱਦਾਂ ਡੈਡੀ ਆਹ ਚਾਹੀਦਾ ਹੈ ਨਾ। ਸੋ ਗੱਲਾਂ ਬਾਤਾਂ ਉਹ ਬਹੁਤ ਹੋ ਗਈਆਂ ਡਾਕਟਰ ਸਾਹਿਬ, ਮਾਸਟਰ ਜੀ ਸੌਰੀ। ਸੋ ਗੱਲਾਂ ਬਾਤਾਂ ਬਹੁਤ ਸਾਰੀਆਂ ਹੋ ਗਈਆਂ ਮਾਸਟਰ ਜੀ। ਸੋ ਅੱਜ ਤੁਹਾਡੇ ਤੋਂ ਇੱਥੇ ਵਿਦਾ ਲੈਂਦੇ ਹਾਂ। ਸੋ ਸਾਡੇ ਵੀਵਰਸ ਨੂੰ ਕੁਛ ਕਹਿਣਾ ਚਾਹੋਗੇ? ਬਸ ਜੀ ਵਿਊਅਰਸ ਨੂੰ ਇਹੀ ਹੈ ਕਿ ਚੰਗੇ ਰਾਹ ਨੂੰ ਤੁਰੋ। ਜ਼ਰੂਰੀ ਹੈਗਾ ਕਿ ਚੰਗਾ ਸੋਚਣਾ, ਸਭ ਤੋਂ ਪਹਿਲਾਂ ਚੰਗੀ ਸੋਚ ਰੱਖਣੀ ਜ਼ਰੂਰੀ ਹੈਗੀ ਹੈ। ਪਰਿਵਾਰ ਤੋਂ ਚੱਲਦੇ ਹਾਂ ਆਪਾਂ, ਪਰਿਵਾਰ ਦੇ ਵਿੱਚ ਆਪਣਾ ਦਾਇਰਾ ਦੇਖਣਾ ਚਾਹੀਦਾ ਹੈ। ਦਾਇਰੇ ਦੇ ਵਿੱਚ ਰਹੋਗੇ ਤਾਂ ਮੇਰੇ ਖਿਆਲ ਤੋਂ ਸੋਚ ਆਪਣੇ ਆਪ ਚੰਗੀ ਬਣ ਜਾਏਗੀ, ਕਿਉਂਕਿ ਜੇ ਪਰਿਵਾਰ ਦੇ ਬਾਰੇ ਸੋਚ ਰਹੇ ਹੋ ਫਿਰ ਪਰਿਵਾਰ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਪਰਿਵਾਰ ਤੋਂ ਬਾਅਦ ਸਮਾਜ ਆਉਂਦਾ ਹੈ, ਸਮਾਜ ਦੇ ਵਿੱਚ ਤੁਰੋਂ ਫਿਰੋਂਗੇ ਤਾਂ ਫਿਰ ਸਮਾਜ ਵੀ ਚੰਗਾ ਬਣੇਗਾ ਜੀ। ਧੰਨਵਾਦ ਮਾਸਟਰ ਜੀ, ਧੰਨਵਾਦ। ਬਹੁਤ ਵਧੀਆ ਲੱਗਿਆ ਤੁਸੀਂ ਆਪਣੇ ਕੀਮਤੀ ਹਿੱਸੇ ਵਿੱਚੋਂ ਸਾਨੂੰ ਸਮਾਂ ਕੱਢ ਕੇ ਦਿੱਤਾ। ਸੋ ਅੱਜ ਮਾਸਟਰ ਜੀ ਨਾਲ ਗੱਲਬਾਤ ਕੀਤੀ ਹੈ ਚੌਕ, ਬਦਾਮ, ਮੂੰਗਫਲੀ ਦੇ ਉੱਤੇ, ਅਤੇ ਕਵਿਤਾ ਵੀ ਤੁਹਾਨੂੰ ਮਾਸਟਰ ਜੀ ਨੇ ਬਾਕਮਾਲ ਸੁਣਾਈਆਂ ਨੇ। ਸੋ ਤੁਹਾਨੂੰ ਚੌਕ ਦੀ ਆਰਟ ਵੀ ਦਿਖਾਈ ਹੈ। ਸੋ ਮਾਸਟਰ ਜੀ ਹੌਲੀ ਹੌਲੀ ਕੁਛ ਮੂਸੇ ਵਾਲੇ ਦੇ ਲਈ ਵੀ ਕੁਛ ਬਣਾ ਰਹੇ ਨੇ। ਕੀ ਬਣਾਵਾਂਗੇ ਉਹ ਵੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ। ਹੋਰ ਬਹੁਤ ਸਾਰੀਆਂ ਅਪਡੇਟ ਨੇ ਪੰਜਾਬ ਦੇ ਵਿੱਚ, ਹੋਰ ਇੱਦਾਂ ਦੇ ਕਲਾਕਾਰ ਵੀ ਨੇ ਜਿਨ੍ਹਾਂ ਕੋਲ ਇੱਦਾਂ ਦੀ ਕਲਾਕਾਰੀ ਹੈ। ਸੋ ਪੰਜਾਬ ਦੇ ਕਲਾਕਾਰਾਂ ਨੂੰ ਤੁਸੀਂ ਡਟ ਕੇ ਪ੍ਰਮੋਟ ਕਰਿਆ ਕਰੋ, ਡਟ ਕੇ ਐਪਰੀਸ਼ੀਏਟ ਕਰਿਆ ਕਰੋ। ਚੰਗਾ ਲੱਗਦਾ ਉਹਨਾਂ ਨੂੰ ਵੀ, ਉਹਨਾਂ ਦਾ ਵੀ ਹੌਸਲਾ ਵੱਧਦਾ ਹੈ, ਕਿਉਂਕਿ ਅੱਗੇ ਦੀ ਅੱਗੇ ਕੁਛ ਚੰਗਾ ਕਰਦੇ ਨੇ। ਨਸ਼ੇ ਪੱਤੇ ਤੋਂ ਵੀ ਹਰ ਇੱਕ ਇਨਸਾਨ ਦੂਰ ਹੁੰਦਾ ਹੈ। ਸੋ ਇੱਦਾਂ ਦੀ ਹੋਰ ਅਪਡੇਟ ਵੀ ਲੈ ਕੇ ਆਉਂਦੇ ਰਹਾਂਗੇ। ਮੈਂ ਜਸਪ੍ਰੀਤ, ਜੁੜੇ ਰਹੋ ਸਾਡੇ ਨਾਲ।